ਹਾਂਜੀ ਸਰ, ਕਿਹੜੀ ਪਾਰਟੀ ਤੁਸੀਂ ਉਹ ਨਵੀਂ ਜੁਆਇਨ ਕੀਤੀ, ਉਸ ਪਾਰਟੀ ਦਾ ਨਾਂ ਦੱਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਰਬਜੀਤ ਸਿੰਘ ਗਿੱਲ, ਪ੍ਰੈਜ਼ੀਡੈਂਟ RPI ਪਾਰਟੀ, ਰਿਪਬਲਿਕਨ ਇੰਡੀਆ ਪਾਰਟੀ ਦਾ ਯੂਥ ਪ੍ਰੈਜ਼ੀਡੈਂਟ ਪੰਜਾਬ, ਜੋ ਕਿ ਥੋੜ੍ਹੇ ਦਿਨ ਪਹਿਲਾਂ ਹੀ ਦਾਸ ਨੇ ਇਸ ਪਾਰਟੀ ਨੂੰ ਜੁਆਇਨ ਕੀਤਾ। ਔਰ ਪਹਿਲਾਂ ਮੈਂ BSP ਪਾਰਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਐਜ ਏ ਪ੍ਰੈਜ਼ੀਡੈਂਟ ਹਲਕਾ ਡੇਰਾ ਬਾਬਾ ਨਾਨਕ ਦੀ ਸੇਵਾ ਨਿਭਾ ਰਿਹਾ ਸੀ। ਔਰ ਉਸ ਤੋਂ ਪਹਿਲਾਂ ਜੋ ਸਾਡੀ ਸੋਸ਼ਲ ਆਰਗੇਨਾਈਜੇਸ਼ਨ ਲੋਕ ਭਲਾਈ ਯੁਵਾ ਦਲ, ਉਹਦਾ ਮੈਂ ਫਾਊਂਡਰ ਐਂਡ ਪ੍ਰੈਜ਼ੀਡੈਂਟ ਲਗਾਤਾਰ 9 ਸਾਲ ਸਮਾਜ ਸੇਵਾ ਦੇ ਲਈ ਡਿਊਟੀ ਨਿਭਾ ਰਹੇ ਸੀ, ਜਿਹਦੇ ਵਿੱਚ ਸਾਡੀ ਜੋ ਇਹ ਸੋਸ਼ਲ ਆਰਗੇਨਾਈਜੇਸ਼ਨ ਸੀ, ਇਹਦੇ ਵੱਲੋਂ ਤਕਰੀਬਨ 1275 ਦੇ ਕਰੀਬ ਲੜਕੇ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ। 21,000 ਵਿਧਵਾ ਔਰਤ ਨੂੰ ਜੋ ਰਾਸ਼ਨ ਦਿੱਤਾ ਗਿਆ, ਔਰ 206 ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ, ਰਾਈਟਿੰਗ ਮਟੀਰੀਅਲ, ਯੂਨੀਫਾਰਮ ਆਦਿ ਵਗੈਰਾ ਦਾ ਸਮਾਨ ਪ੍ਰਦਾਨ ਕੀਤਾ ਗਿਆ। ਤਕਰੀਬਨ 65 ਦੇ ਕਰੀਬ ਨੌਜਵਾਨਾਂ ਨੂੰ ਅਵੇਅਰ ਕਰਨ ਦੇ ਲਈ ਪੰਜਾਬ ਦੇ ਅੰਦਰ ਸਪੋਰਟਸ ਕਿੱਟਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਦਿੱਤੀਆਂ ਗਈਆਂ। ਸੋ ਹੁਣ ਜੋ ਮੇਰਾ ਮਕਸਦ RPI ਪਾਰਟੀ ਨੂੰ ਜੁਆਇਨ ਕਰਨ ਦਾ ਸੀ, ਕਿ ਜੋ ਇਹ RPI ਪਾਰਟੀ ਇੱਕ ਰਾਸ਼ਟਰੀ ਪਾਰਟੀ ਹੈ, ਜੋ ਕਿ ਡਾਕਟਰ BR ਅੰਬੇਦਕਰ ਬਾਬਾ ਸਾਹਿਬ ਜੀ ਦੀ ਆਈਡੀਓਲੋਜੀ ਦੇ ਉੱਤੇ ਕੰਮ ਕਰਦੀ ਹੈ। ਔਰ ਇਹ ਉਹਨਾਂ ਦੀ ਆਪਣੀ ਖੁਦ ਦੀ ਪਾਰਟੀ ਹੈ, ਜੋ 1956 ਦੇ ਵਿੱਚ ਉਹਨਾਂ ਨੇ ਆਪਣੇ ਹੱਥੀਂ ਰਜਿਸਟਰ ਕਰਵਾਈ ਸੀ। ਉਸ ਤੋਂ ਬਾਅਦ 57 ਦੇ ਵਿੱਚ ਬਾਬਾ ਸਾਹਿਬ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਸਦਾ ਦੇ ਲਈ ਚਲੇ ਜਾਂਦੇ ਨੇ। ਉਸ ਤੋਂ ਬਾਅਦ ਜੋ ਇਸ ਪਾਰਟੀ ਦੇ ਹੁਣ ਮੌਜੂਦਾ ਸਰਪ੍ਰਸਤ ਨੇ ਸ੍ਰੀ ਰਾਮਦਾਸ ਅਠਾਵਲੇ ਜੀ, ਜੋ ਕਿ ਐਜ ਏ ਗੌਰਮੈਂਟ BJP ਦੇ ਵਿੱਚ ਹੁਣ ਸੋਸ਼ਲ ਜਸਟਿਸ ਐਂਡ ਅਫੇਅਰ ਜੋ ਡਿਪਾਰਟਮੈਂਟ ਦੇ ਸੈਂਟਰ ਮਿਨਿਸਟਰ ਨੇ। ਔਰ ਨਾਲ ਇਹਨਾਂ ਦੇ ਜੋ ਸਾਡੇ ਨਾਰਥ ਈਸਟ ਤੋਂ ਮੈਡਮ ਮੰਜੂ ਛਾਬਰ ਜੀ, ਉਹ ਨਾਰਥ ਈਸਟ ਦੇ ਪ੍ਰੈਜ਼ੀਡੈਂਟ ਨੇ। ਔਰ ਸਾਡੇ ਪੰਜਾਬ ਦੇ ਕਨਵੀਨਰ ਸਟੇਟ ਇੰਚਾਰਜ ਸਰਦਾਰ ਸਰਵਣ ਸਿੰਘ ਗਿੱਲ ਜੀ ਨੇ। ਔਰ ਉਸ ਤੋਂ ਬਾਅਦ 'ਚ ਸਰਦਾਰ ਪ੍ਰਗਟ ਸਿੰਘ ਜੀ, ਜੋ ਕਿ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਪੰਜਾਬ ਦੇ। ਔਰ ਸਰਦਾਰ ਸਰਵਣ ਸਿੰਘ ਜੀ, ਜੋ SC ST ਪੰਜਾਬ ਵਿੰਗ ਦੇ ਪ੍ਰੈਜ਼ੀਡੈਂਟ ਨੇ। ਔਰ ਉਸ ਤੋਂ ਬਾਅਦ 'ਚ ਜਿਹੜੇ ਇਹ ਸਮੁੱਚੀ ਟੀਮ ਸਾਡੀ, ਜੇ ਮੈਂ ਸਾਰੀ ਟੀਮ ਦਾ ਨਾਮ ਲੈਣ ਲੱਗਾ ਤਾਂ ਬਹੁਤ ਹੀ ਵੱਡੀ ਪੰਜਾਬ ਦੇ ਵਿੱਚ ਜੋ ਇੱਕ ਕ੍ਰਾਂਤੀ ਵਾਲੀ ਟੀਮ ਹੈ, ਉਹ ਬੜੇ ਵੱਡੇ ਲੈਵਲ 'ਤੇ ਪੰਜਾਬ ਦੇ ਅੰਦਰ ਇਹ ਪਾਰਟੀ ਜਿਹੜੀ ਹੈ RPI ਪਾਰਟੀ, ਔਰ ਇਹ ਸੰਗਠਨ ਜਿਹੜਾ ਮਜ਼ਬੂਤ ਹੋ ਰਿਹਾ। ਔਰ ਦੂਸਰਾ, ਜੋ RPI ਪਾਰਟੀ ਵੱਲੋਂ ਤਕਰੀਬਨ 28 ਕੈਂਡੀਡੇਟਾਂ ਦੀ ਲਿਸਟ ਜਿਹੜੀ ਆ, ਉਹ ਪੰਜਾਬ ਦੇ ਵਿੱਚ ਅੱਜ ਜਿਹੜੀ ਆ ਉਸ ਮੀਡੀਆ ਦੇ ਉੱਤੇ ਹੋਣੀ ਆ, ਕਿ ਜਿਹੜੇ 28 ਕੈਂਡੀਡੇਟ ਨੇ ਸਾਡੇ, ਉਹ ਚੋਣ ਮੈਦਾਨ ਦੇ ਵਿੱਚ ਉਤਰ ਕੇ RPI ਪਾਰਟੀ ਦੇ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇਗੀ। ਸਰ, ਕੀ ਕਾਰਨ ਸੀ, ਕੀ ਮਜਬੂਰੀ ਸੀ ਜਿਹੜੇ ਬਹੁਜਨ ਸਮਾਜ ਪਾਰਟੀ ਸੱਦ ਕੇ ਇਹ ਪਾਰਟੀ ਜੁਆਇਨ ਕਰਨੀ ਪਈ? ਜੋ ਮਜਬੂਰੀ ਆ, ਪਾਰਟੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ। ਮੈਂ ਕਿਸੇ ਪਾਰਟੀ ਨੂੰ ਪਹਿਲਾਂ ਵੀ ਕਦੇ ਮਾੜਾ ਨਹੀਂ ਕਿਹਾ, ਅਤੇ ਨਾ ਹੀ ਮੈਂ ਹੁਣ ਆਪਣੇ ਸ਼ਬਦਾਂ ਦੇ ਨਾਲ
ਕਿਸੇ ਪਾਰਟੀ ਨੂੰ ਕੋਈ ਮਾੜਾ ਬੋਲਾਂਗਾ, ਕਿਉਂਕਿ ਪਾਰਟੀ ਨੂੰ ਚਲਾਉਣ ਵਾਲੇ ਉਹਦੇ ਨੁਮਾਇੰਦੇ ਜਿਹੜੇ ਹੁੰਦੇ ਨੇ ਉਹ ਮਾੜੇ ਹੁੰਦੇ ਨੇ। ਅਤੇ ਮੈਨੂੰ ਜੋ ਬਹੁਜਨ ਸਮਾਜ ਪਾਰਟੀ ਦੇ ਸਾਡੇ ਕੁਝ ਨੁਮਾਇੰਦੇ ਸੀ ਉਹ ਸਿਰਫ ਮੌਕਾ ਪ੍ਰਸਤ, ਮਤਲਬਖੋਰ ਔਰ ਐਸੀਆਂ ਨੀਤੀਆਂ ਵਾਲੇ ਸੀ ਕਿ ਜੋ ਪਾਰਟੀ ਨੂੰ ਅੰਦਰੋਂ ਅੰਦਰ ਧਾਲ ਲਾ ਰਹੇ ਸੀ, ਧੱਬਾ ਲਾ ਰਹੇ ਸੀ, ਜਿਨ੍ਹਾਂ ਦੇ ਕਾਰਨ ਮਤਲਬ ਮੈਂ ਇਸ ਪਾਰਟੀ ਤੋਂ ਆਪਣੇ ਆਪ ਨੂੰ ਰਿਮੂਵ ਕਰਕੇ ਇਹ ਜੋ ਨੈਸ਼ਨਲ ਪਾਰਟੀ RPI ਪਾਰਟੀ ਨੂੰ ਜੁਆਇਨ ਕੀਤਾ। ਸਰ, ਇਹ ਪਾਰਟੀ ਜਿਹੜੀ ਤੁਸੀਂ ਜੁਆਇਨ ਕੀਤੀ, ਇਹਦਾ ਆਪਣੇ 28 ਤੁਸੀਂ ਦੱਸਾਂ ਉਮੀਦਵਾਰ ਪੰਜਾਬ ਦੇ ਵਿੱਚ ਆਉਣਾ ਨੇ, ਇਹਦਾ ਚੋਣ ਮੈਨੀਫੈਸਟੋ ਕੀ ਹੋਵੇਗਾ? ਸਭ ਤੋਂ ਵਧੀਆ ਮੈਨੂੰ ਆਪ ਜੀ ਦੀ ਗੱਲ ਲੱਗੀ ਹੈ ਕਿ ਜੋ ਚੋਣ ਮੈਨੀਫੈਸਟੋ ਦੀ ਗੱਲ ਆਪ ਜੀ ਨੇ ਕੀਤੀ ਹੈ, ਜੋ ਸਾਡਾ ਚੋਣ ਮੈਨੀਫੈਸਟੋ ਜਿਵੇਂ ਅਲੱਗ ਪਾਰਟੀਆਂ ਜਿਹੜੀਆਂ ਨੇ, ਕੋਈ 8 ਸਿਲੰਡਰ ਭੈਣਾਂ ਨੂੰ ਸਾਲ ਦੇ ਰਿਹਾ, ਕੋਈ 2000 ਰੁਪਈਆ ਦੇ ਰਿਹਾ, ਕੋਈ 1000 ਰੁਪਈਆ ਦੇ ਰਿਹਾ। ਕਿਉਂਕਿ ਮੈਨੂੰ ਤਾਂ ਇਹ ਗੱਲ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਕਹਿਣ ਦੇ ਵਿੱਚ ਵੀ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ, ਪਰ ਉਹਨਾਂ ਲੋਕਾਂ ਨੂੰ ਇਹ ਸ਼ਰਮ ਨਹੀਂ ਮਹਿਸੂਸ ਹੁੰਦੀ ਕਿ ਜਿਹੜੇ ਲੋਕ ਇਹਨਾਂ ਧੀਆਂ ਭੈਣਾਂ ਦੇ ਉੱਤੇ ਡਾਂਗਾ ਵਰਾਉਂਦੇ ਨੇ ਔਰ ਉਹਨਾਂ ਹੀ ਧੀਆਂ ਭੈਣਾਂ ਨੂੰ ਕਹਿੰਦੇ ਕਿ ਇਹ ਸਾਡੀਆਂ ਭੈਣਾਂ ਨੇ, ਉਹਨਾਂ ਦੇ ਵਾਸਤੇ ਅਸੀਂ ਜੀ 2000 ਸੁੱਖ ਸਹੂਲਤ ਦਿੰਦੇ ਹਾਂ। ਅਤੇ ਜਦੋਂ ਨੌਕਰੀਆਂ ਮੰਗਣ ਵਾਸਤੇ ਨੌਜਵਾਨ ਸਾਡੀਆਂ ਧੀਆਂ ਜਾਂਦੀਆਂ ਨੇ, ਉਹਨਾਂ ਦੇ ਕੋਲੋਂ ਪੁਲਿਸ ਦੇ ਕੋਲੋਂ ਜਿਹੜੇ ਉਹਨਾਂ ਨੂੰ ਡੰਡੇ ਫੜਾਏ ਜਾਂਦੇ ਨੇ, ਪਾਣੀ ਦੀਆਂ ਬੁਛਾਰਾਂ ਉਹਨਾਂ ਦੇ ਉੱਤੇ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਗੱਡੀਆਂ ਚੜ੍ਹਾ ਕੇ ਉਹਨਾਂ ਦਾ ਨੁਕਸਾਨ ਕੀਤਾ ਜਾਂਦਾ। ਕੀ ਗੱਲ, ਉਹ ਉਦੋਂ ਕਿਸੇ ਦੀ ਧੀ ਭੈਣ ਨਹੀਂ ਹੁੰਦੀ? ਉਦੋਂ ਉਹਨਾਂ ਦੇ ਦਰਦ ਕਿੱਥੇ ਜਾਂਦੇ ਨੇ? ਔਰ ਸਾਡੀ ਪਾਰਟੀ ਦਾ ਜੋ ਮੈਨੀਫੈਸਟੋ ਹੈ, ਮੈਂ ਉਸ ਮੁੱਦੇ 'ਤੇ ਹੀ ਆਪ ਜੀ ਦੇ ਨਾਲ ਜਾਂਦਾ ਕਿ ਸਾਡੀ ਪਾਰਟੀ ਦਾ ਜੋ ਮੈਨੀਫੈਸਟੋ ਹੈ, ਜੋ ਗਰੀਬਾਂ ਨੂੰ, ਦੱਬੇ ਕੁਚਲੇ ਹੋਏ ਲੋਕਾਂ ਨੂੰ ਸਰਕਾਰਾਂ ਵੱਲੋਂ ਸੁੱਖ ਸਹੂਲਤਾਂ ਮਿਲਦੀਆਂ ਨੇ, ਉਹਨਾਂ ਨੂੰ ਹੀ ਜਿਹੜਾ ਲਾਗੂ ਕਰਵਾ ਦੇਣਾ, ਇਹੀ ਸਾਡੀ ਚੋਣ ਮੈਨੀਫੈਸਟੋ ਹੈ। ਇਹੀ ਸਾਡਾ ਚੋਣ ਮੈਨੀਫੈਸਟੋ ਹੈ ਕਿ ਜੋ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਉਹੀ ਗਰੀਬਾਂ ਤੱਕ ਦਵਾ ਦੇਣੀਆਂ। ਇਸ ਤੋਂ ਵੱਡਾ ਕੋਈ ਚੋਣ ਮੈਨੀਫੈਸਟੋ ਹੀ ਹੈ ਨਹੀਂ ਦੁਨੀਆ 'ਤੇ। ਸਰ, ਆਪ ਵੀ ਕਿਹੜੇ ਚੋਣ ਹਲਕੇ ਚੋਣ ਲੜਨ ਜਾ ਰਹੇ? ਮੈਂ ਜੀ ਹਲਕਾ ਦੀਨਾਨਗਰ ਤੋਂ ਮੈਨੂੰ ਮੇਰੀ ਪਾਰਟੀ ਵੱਲੋਂ ਹੁਕਮ ਮਿਲਿਆ, ਜੋ ਸਟੇਟ ਦੇ ਰਹੇ ਨੇ ਮਿਨਿਸਟਰ ਅਰੁਣਾ ਚੌਧਰੀ ਜੀ, ਔਰ ਉਹਨਾਂ ਦੇ ਖਿਲਾਫ ਜਾਣ ਦੇ ਲਈ ਮੈਨੂੰ ਪਾਰਟੀ ਵੱਲੋਂ ਹੁਕਮ ਮਿਲਿਆ। ਅਤੇ ਮੈਂ ਬਿਲਕੁਲ ਪਹਿਲਾਂ ਵੀ ਲਗਾਤਾਰ 10 ਤੋਂ 15 ਸਾਲ ਅਸੀਂ ਹਲਕੇ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ, ਤਾਂ ਹੁਣ ਵੀ ਵੱਡੀ ਲੀਡ ਦੇ ਨਾਲ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੇ ਨੇ, ਇਹਨਾਂ ਨੂੰ ਪਛਾੜ ਕੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਾਂ। ਪਰ ਗੱਲ ਕਰੀਏ ਦੀਨਾਨਗਰ ਹਲਕੇ ਦੀ, ਇਹ ਸੀਟ ਹੋਰ ਬਣ ਚੁੱਕੀ ਹੈ ਜੀ। ਕਿਹੜੇ ਮੁੱਖ ਮੁੱਦੇ ਲੈ ਕੇ ਤੁਸੀਂ ਜਨਤਾ ਦੇ ਵਿੱਚ ਜਾਓਗੇ ਦੀਨਾਨਗਰ? ਸਾਡਾ ਮੁੱਖ ਮੁੱਦਾ ਜਿਹੜਾ ਹੈ, ਆਪ ਜੀ ਨੂੰ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਇੰਨੀਆਂ ਸੁੱਖ ਸਹੂਲਤਾਂ ਨੇ ਸੈਂਟਰ ਸਰਕਾਰ ਵੱਲੋਂ ਐਂਡ ਪੰਜਾਬ ਗੌਰਮੈਂਟ ਵੱਲੋਂ, ਜਿਹੜੀਆਂ ਕਿ ਇਹ ਲੋਕ ਆਪਣੀਆਂ ਜਗੀਰਾਂ ਸਮਝ ਕੇ ਲੋਕਾਂ ਨੂੰ ਸ਼ਦਾਈ ਬਣਾਉਂਦੇ ਨੇ, ਕਿ ਇਹ ਜਿਹੜੀਆਂ ਸਰਕਾਰੀ ਸਹੂਲਤਾਂ ਵੀ ਨੇ ਉਹੀ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚੀਆਂ। ਜਿਵੇਂ ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਰਾਮਦਾਸ ਅਠਾਵਲੇ ਜੀ ਨੇ, ਉਹਨਾਂ ਵੱਲੋਂ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦਾ, ਜਿਹੜਾ ਸੋਸ਼ਲ ਜਸਟਿਸ ਦਾ, ਔਰ ਉਸੇ ਡਿਪਾਰਟਮੈਂਟ ਦੇ ਜ਼ਰੀਏ ਹਜ਼ਾਰਾਂ ਕਰੋੜਾਂ ਰੁਪਈਆ ਜਿਹੜਾ ਵਾ ਪੰਜਾਬ ਦੇ ਵਿੱਚੋਂ ਵਾਪਸ ਜਾ ਰਿਹਾ, ਜਿਹੜਾ ਕਿ ਪੰਜਾਬ ਖਰਚ ਨਹੀਂ ਕਰ ਪਾਇਆ। ਅਸੀਂ